ਧੰਨ ਵਾਹਿਗੁਰੂ ਜੀਓ। ਗੌੜੀ ਜੋਗੀ ਕਹੈ ਜੋਗ ਭਲ ਮੀਠਾ, ਅਵਰ ਨਾ ਦੂਜਾ ਭਾਈ। ਰੁੰਡਿਤ ਮੁੰਡਿਤ ਈਕੈ ਸ਼ਬਦੀ, ਏਕ ਹੈ ਸਿਧ ਪਾਈ। ਹਰ ਬਿਨ ਭਰਮ ਭੁਲਾਨੇ ਅੰਧਾ, ਜਾਂ ਪਹਿ ਜਾਉ ਆਪ ਛੁਟਕਾਵਨ। ਤੀ ਬਾਂਦੇ ਬਹੁ ਫੰਦਾ ਰਹਾਉ, ਜਹ ਤੇ ਉਪਜੀ ਤਹੀਂ ਸਮਾਨੀ। ਇਹ ਬਿਦ ਬਿਸਰੀ ਤਬ ਹੀ, ਪੰਡਿਤ ਗੁਣੀ ਸੂਰ ਹਮ ਦਾਤੇ। ਇਹ ਕਹੈ ਬਾਢ ਹਮ ਹੀ, ਜਿਸ ਹੈ 부ਝਾਏ ਸੋਈ ਬੂਝੈ। ਬਿਨ ਬੂਝੇ ਕਿਉ ਰਹੀਐ, ਸਤਿਗੁਰ ਮਿਲੈ ਅੰਧੇਰਾ ਚੁਕੈ। ਇਨ ਬਿਦ ਮਾਣਕ ਲਹੀਐ, ਤਾਜ ਬਾਵੇਂ ਦਾਹਨੇ ਬਿਕਾਰਾ। ਹਰ ਪਾਦ ਦ੍ਰਿੜ ਕਰ ਰਹੀਐ, ਕਹੋ ਕਬੀਰ ਗੂੰਗੇ ਗੁੜ ਖਾਇਆ। ਪੁੱਛੇ ਤੇ ਕਿਆ ਕਹੀਐ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਸਤਿਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਸਵਾਰੀ ਸਾਧ ਸੰਗਤ ਜੀਓ, ਅਕਾਲ ਪੁਰਖ ਵਾਹਿਗੁਰੂ ਜੀ ਨੇ ਬਖਸ਼ਿਸ਼ ਕਿਰਪਾ ਕੀਤੀ ਹੈ। ਸਤ ਸੰਗਤ ਰੂਪ ਵਿੱਚ ਗੁਰੂ ਦਰਬਾਰ ਵਿੱਚ ਸੱਜ ਕੇ ਬੜੇ ਪ੍ਰੇਮ ਸਤਿਕਾਰ ਨਾਲ ਆਪ ਜੀ ਨੇ ਗੁਰੂ ਪਾਤਸ਼ਾਹ ਜੀ ਦੀ ਪਾਵਨ ਬਾਣੀ ਪਾਠ ਅਤੇ ਕੀਰਤਨ ਦੇ ਰੂਪ ਵਿੱਚ ਸਰਵਣ ਕੀਤੀ ਹੈ। ਉਪਰੰਤ ਆਪ ਜੀ ਨੇ ਹੁਣੇ ਹੀ ਦਾਸ ਪਾਸੋਂ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਪਾਠ ਦੇ ਰੂਪ ਵਿੱਚ ਸੁਣਿਆ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਕ ਨੰਬਰ 334 ਉੱਪਰ ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੌੜੀ ਰਾਗ ਵਿੱਚ ਸੁਭਾਈਮਾਨ ਹੈ। ਸ਼ਬਦ ਉੱਪਰ ਕੇਵਲ ਰਾਗ ਆਧਾਰਿਤ ਸਿਰਲੇਖ ਹੈ ਗੌੜੀ, ਅਤੇ ਇਸ ਦੇ ਕਦਮੀ ਇਸ ਦੇ ਨਾਲ ਹੀ ਬੜਾ ਛੋਟਾ ਜਿਹਾ ਹਿੰਦਸਾ 2 ਦਰਜ ਹੈ, ਜਿਸ ਨੂੰ ਆਪਾਂ ਪੈਰ ਅੱਖਰ ਕਹਿ ਦਿੰਦੇ ਹਾਂ। ਇਹ ਵੱਡੇ ਅੱਖਰ ਦੇ ਬਿਲਕੁਲ ਨੇੜੇ ਥੱਲੇ ਬੜਾ ਛੋਟਾ ਜਿਹਾ ਸੰਖੇਪ ਅੱਖਰ ਪਾ ਦੇਣਾ, ਉਹਨੂੰ ਪੈਰ ਅੱਖਰ ਕਿਹਾ ਜਾਂਦਾ ਹੈ। 2 ਹਿੰਦਸਾ ਉੱਥੇ ਲਿਖਿਆ ਹੋਇਆ ਹੈ। ਇਸ ਦਾ ਭਾਵ ਹੈ ਦੂਜੇ ਘਰ ਵਿੱਚ ਸੁਰ ਅਤੇ ਤਾਲ ਨਾਲ ਸੰਬੰਧਿਤ ਇਸ ਨੂੰ ਦੂਜੇ ਘਰ ਵਿੱਚ ਗਾਇਆ ਜਾਣਾ ਹੈ। ਸਤਿਗੁਰੂ ਮਹਾਰਾਜ ਇਸ ਪਾਵਨ ਸ਼ਬਦ ਵਿੱਚ
ਵੱਖ-ਵੱਖ ਤੌਰ ਤਰੀਕਿਆਂ ਦੇ ਨਾਲ ਵਿਚਰਨ ਵਾਲੇ ਲੋਕਾਂ ਦੀ ਮਨੋਦਸ਼ਾ ਨੂੰ ਬਿਆਨ ਕਰਦੇ ਨੇ। ਇਸ ਸੰਸਾਰ ਦੇ ਅੰਦਰ ਹਰ ਮਨੁੱਖ ਚਾਹੁੰਦਾ ਹੈ ਕਿ ਉਹ ਮਨ ਦਾ ਸਕੂਨ ਹਾਸਲ ਕਰੇ, ਦਿਲ ਦਾ ਚੈਨ ਪ੍ਰਾਪਤ ਕਰੇ, ਉਹਦਾ ਮਨ ਐਸੀ ਉੱਚੀ ਅਵਸਥਾ ਦਾ ਧਾਰਨੀ ਹੋਏ ਜਿੱਥੇ ਕੋਈ ਦੁੱਖ, ਕੋਈ ਤਕਲੀਫ, ਕੋਈ ਅੰਦੇਸ਼ਾ, ਕੋਈ ਚਿੰਤਾ, ਕੋਈ ਝੋਰਾ ਹੋ ਨਾ ਸਕੇ। ਹਰ ਮਨੁੱਖ ਚਾਹੁੰਦਾ ਹੈ ਕਿ ਉਸ ਦੀ ਜੀਵਨ ਯਾਤਰਾ ਬੜੀ ਖੁਸ਼ਮਈ ਔਰ ਆਨੰਦਮਈ ਤਰੀਕੇ ਦੇ ਨਾਲ ਪੂਰੀ ਹੋਵੇ। ਸੁੱਖ ਦੀ ਤਲਾਸ਼ ਹੈ ਮਨੁੱਖ ਨੂੰ, ਦੁੱਖਾਂ ਦੀ ਨਿਵਰਤੀ ਦਾ ਸਾਧਨ ਚਾਹੁੰਦਾ ਹੈ ਮਨੁੱਖ। ਜੀਵਨ ਦੀ ਇਸ ਯਾਤਰਾ ਨੂੰ ਬੜਾ ਆਨੰਦਮਈ ਤੇ ਸਫਲਿਆਂ ਕਰਨਾ ਚਾਹੁੰਦਾ ਹੈ। ਉਸ ਸਿਰਜਣਹਾਰ ਪਰਮੇਸ਼ਰ ਵਾਹਿਗੁਰੂ ਦੀ ਦ੍ਰਿਸ਼ਟੀ ਵਿੱਚ ਵੀ ਪ੍ਰਵਾਨ ਹੋਣ ਦੀ ਇੱਛਾ ਹੈ ਮਨੁੱਖ ਦੇ ਅੰਦਰ। ਇੱਕ ਆਈਡੀਅਲ ਲਾਈਫ ਆਪਣੀ ਮਨੁੱਖ ਬਣਾਉਣ ਦੀ ਕੋਸ਼ਿਸ਼ ਕਰਦਾ ਹੈ ਆਪਣੇ ਆਲੇ ਦੁਆਲੇ ਵਿੱਚ, ਜਿੰਨੀ ਕੁ ਉਸ ਨੂੰ ਸਮਝ ਹੈ। ਇਹਨਾਂ ਸਾਰੀਆਂ ਦਾਤਾਂ ਦੀ ਪ੍ਰਾਪਤੀ ਲਈ, ਇਹਨਾਂ ਸਾਰੀਆਂ ਚੀਜ਼ਾਂ ਦੀ ਪ੍ਰਾਪਤੀ ਲਈ, ਇਸ ਟੀਚੇ ਨੂੰ ਸਰ ਕਰਨ ਲਈ, ਇਸ ਏਮ ਨੂੰ ਹਾਸਲ ਕਰਨ ਲਈ ਮਨੁੱਖ ਆਪਣੀ ਇੱਛਾ ਦੇ ਮੁਤਾਬਕ ਅਤੇ ਆਪਣੀ ਸਮਝ ਦੇ ਮੁਤਾਬਕ ਆਪਣਾ ਰਾਹ ਚੁਣਦਾ ਹੈ। ਧਰਮ ਦੀ ਦੁਨੀਆ ਵਿੱਚ ਮਨੁੱਖ ਨੂੰ ਇੱਕ ਮੰਜ਼ਿਲ ਦੱਸੀ ਗਈ ਹੈ, ਆਪਣੇ ਸਿਰਜਣਹਾਰ ਪਰਮੇਸ਼ਰ ਵਾਹਿਗੁਰੂ ਦੀ ਖੁਸ਼ੀ ਹਾਸਲ ਕਰਨੀ, ਪਰਮੇਸ਼ਰ ਸਿਰਜਣਹਾਰ ਦੇ ਨੇੜੇ ਹੋਣਾ, ਉੱਚੀ ਆਤਮਿਕ ਅਵਸਥਾ ਹਾਸਲ ਕਰਕੇ ਜੀਵਨ ਨੂੰ ਸਫਲ ਕਰਨਾ। ਇਸ ਮੰਜ਼ਿਲ ਨੂੰ ਸਰ ਕਰਨ ਵਾਸਤੇ, ਇਸ ਮੰਜ਼ਿਲ ਤੱਕ ਪਹੁੰਚਣ ਵਾਸਤੇ ਮਨੁੱਖ ਨੇ ਅਲੱਹਦਾ ਵੱਖਰੇ ਵੱਖਰੇ ਢੰਗ ਦੇ ਰਸਤੇ ਚੁਣੇ। ਆਪਾਂ ਦੇਖਦੇ ਹਾਂ ਵੱਖ-ਵੱਖ ਕਿਸਮ ਦੇ ਮਜ਼ਹਬ ਹਨ। ਫਿਰ ਉਸ ਮਜ਼ਹਬ ਦੇ ਵਿੱਚ ਅੱਗੇ ਕਈ ਕਿਸਮ ਦੀਆਂ ਸੰਪਰਦਾਵਾਂ ਜਾਂ ਕਲਟ ਹਨ, ਰਸਤੇ ਹਨ। ਹਰ ਇੱਕ ਦੀ ਆਪਣੀ ਆਪਣੀ ਵਿਆਖਿਆ ਹੈ, ਐਕਸਪਲੇਨੇਸ਼ਨ ਹੈ, ਆਪਣਾ ਆਪਣਾ ਤੌਰ ਤਰੀਕਾ ਹੈ। ਮੈਂ ਕਈ ਵਾਰ ਇਹ ਗੱਲ ਅੱਗੇ ਵੀ ਸਾਂਝੀ ਕੀਤੀ ਹੈ। ਇੱਕ ਤਾਂ ਤੁਸੀਂ ਵੇਖੋਗੇ ਵੱਡੇ ਮਜ਼ਹਬ, ਇਸਲਾਮ ਹੈ, ਹਿੰਦੂਇਜ਼ਮ ਹੈ, ਜਿਊਜ਼ ਹਨ, ਈਸਾਈ ਹਨ, ਬੋਧੀ ਹਨ, ਜੈਨੀ ਹਨ, ਪਾਰਸੀ ਹਨ, ਹੋਰ ਵੀ ਹਨ ਬਹੁਤ ਸਾਰੇ। ਆਪਾਂ ਵੀ ਉਹਨਾਂ ਮਜ਼ਹਬਾਂ ਦੀ ਕਤਾਰ ਵਿੱਚ ਇੱਕ ਹਾਂ। ਇੱਕ ਤਾਂ ਮਜ਼ਹਬ ਨੇ, ਮਜ਼ਹਬਾਂ ਦੇ ਵਿੱਚ ਵੀ ਅੱਗੇ ਜਾ ਕੇ ਕਈ ਫਿਰਕੇ ਨੇ। ਜਿਵੇਂ ਆਪਾਂ ਇਸਲਾਮ ਦੀ ਗੱਲ ਤਾਂ ਕਰ ਲੈਂਦੇ ਵੀ ਇਸਲਾਮ 'ਚ ਇੰਨੇ ਫਿਰਕੇ ਨੇ, 72, ਕੋਈ 73 ਵੀ ਕਹਿੰਦਾ। ਇਸੇ ਤਰ੍ਹਾਂ ਹਰ ਮਜ਼ਹਬ ਦੇ ਵਿੱਚ ਹੀ ਅੱਗੇ ਫਿਰਕੇਦਾਰੀ ਹੈ, ਯਾਨੀ ਕਿ ਉਹ ਅੱਗੇ ਕਈ ਕਲਟ ਜਿਹੜੇ ਨੇ ਉਹਨਾਂ ਦੇ ਬਣੇ ਹੋਏ ਨੇ। ਉਹਨਾਂ ਵਿੱਚੋਂ ਕਈ ਕਿਸਮ ਦੇ ਵੱਖਰੇ ਵੱਖਰੇ ਵਿਚਾਰ ਜਿਹੜੇ ਨੇ ਉਹ ਉੱਭਰਦੇ ਨੇ। ਇੱਕ ਹੀ ਧਰਮ ਗ੍ਰੰਥ ਨੂੰ ਪੜ੍ਹਨ ਵਾਲਿਆਂ ਵਿੱਚ ਵੀ ਕਈ ਕਿਸਮ ਦੀਆਂ ਵਿਆਖਿਆਵਾਂ ਨੇ। ਇੱਕ ਹੀ ਪੈਗੰਬਰ ਨੂੰ, ਇੱਕ ਹੀ ਅਵਤਾਰ ਨੂੰ, ਇੱਕ ਹੀ ਗੁਰੂ ਨੂੰ ਮੰਨਣ ਵਾਲਿਆਂ ਦੇ ਵਿੱਚ ਵੀ ਅੱਗੇ ਕਈ ਕਿਸਮ ਦੇ ਨਿੱਕੇ ਨਿੱਕੇ ਤੌਰ ਤਰੀਕੇ ਈਜਾਦ ਨੇ। ਇਹ ਹਰ ਜਗ੍ਹਾ ਉੱਤੇ ਹੈ। ਹਰ ਕੋਈ ਆਪਣੇ ਆਪਣੇ ਤੌਰ ਤਰੀਕੇ ਨੂੰ ਸਹੀ ਦੱਸਦਾ ਹੈ ਤੇ ਦੂਜੇ ਦੇ ਤੌਰ ਤਰੀਕੇ ਨੂੰ ਗਲਤ ਦੱਸਦਾ ਹੈ। ਆਪਣੇ ਆਪਣੇ ਮਾਰਗ ਦੀ ਸ਼ੋਭਾ ਕਰਦਾ ਹੈ ਤੇ ਦੂਜੇ ਦੇ ਰਾਹ ਨੂੰ ਮਾੜਾ ਵੀ ਆਖਦਾ ਹੈ ਤੇ ਇਹ ਵੀ ਦੱਸਦਾ ਵੀ ਉਹ ਖਾਮੀਆਂ ਨਾਲ ਭਰਪੂਰ ਹੈ, ਉਹਦੇ 'ਚ ਬੇਹਿਸਾਬ ਗਲਤੀਆਂ ਨੇ, ਉਹ ਸਹੀ ਨਹੀਂ। ਇੱਕੇ ਹੀ ਪੈਗੰਬਰ ਨੂੰ ਮੰਨਣ ਵਾਲੇ, ਇੱਕ ਹੀ ਅਵਤਾਰ ਨੂੰ ਮੰਨਣ ਵਾਲੇ, ਇੱਕ ਹੀ ਗੁਰੂ ਨੂੰ ਮੰਨਣ ਵਾਲੇ ਆਪਸ ਵਿੱਚ ਲੜਦੇ ਹੋਏ ਵੇਖੇ ਜਾ ਸਕਦੇ ਨੇ। ਇੱਕ ਦੂਜੇ ਨੂੰ ਇਹ ਕਹਿੰਦਿਆਂ ਹੋਇਆਂ ਵੀ ਵੇਖੇ ਜਾ ਸਕਦੇ ਨੇ ਵੀ ਇਹਨੂੰ ਅਸਲ ਤਰੀਕਾ ਨਹੀਂ ਪਤਾ ਗੁਰੂ ਦੇ ਰਾਹ ਤੇ ਚੱਲਣ ਦਾ, ਪੈਗੰਬਰ ਦੇ ਰਾਹ ਤੇ ਚੱਲਣ ਦਾ, ਅਵਤਾਰ ਦੇ ਰਾਹ ਤੇ ਚੱਲਣ ਦਾ, ਉਸ ਮਤ ਦੇ ਬਾਨੀ ਦੇ ਰਾਹ ਤੇ ਚੱਲਣ ਦਾ, ਜਿੰਨਾ ਮੈਨੂੰ ਪਤਾ। ਇਹ ਇਖਤਿਲਾਫ, ਇਹ ਵਿਚਾਰਾਂ ਦਾ ਵਖਰੇਵਾਂ, ਇਹ ਤੌਰ ਤਰੀਕਿਆਂ ਦਾ ਵੱਖਰਾ ਵੱਖਰਾ ਜਿਹੜਾ ਆਪਣਾ ਆਪਣਾ ਢੰਗ ਹੈ ਅਪਣਾਉਣ ਦਾ,
ਇਹ ਕਈ ਵਾਰ ਉਹਨਾਂ ਸਾਰਿਆਂ ਵਾਸਤੇ ਬੜਾ ਇਰੀਟੇਸ਼ਨ ਦਾ ਕਾਰਨ ਬਣਦਾ ਹੈ। ਆਪਸ ਵਿੱਚ ਵਖਰੇਵਾਂ ਹੁੰਦਾ ਹੈ, ਵਖਰੇਵਿਆਂ ਨੂੰ ਲੈ ਕੇ ਵਿਰੋਧਤਾ ਵੱਧਦੀ ਹੈ, ਵਿਵਾਦ ਛਿੜਦਾ ਹੈ, ਕਈ ਕਿਸਮ ਦੀਆਂ ਉਲਝਣਾਂ ਜਿਹੜੀਆਂ ਨੇ ਉਹ ਬਣ ਜਾਂਦੀਆਂ ਨੇ। ਹੁਣ ਤੁਸੀਂ ਵੇਖੋ, ਉਹਨਾਂ ਸਾਰੇ ਰਾਹਾਂ ਤੇ ਚੱਲਣ ਵਾਲੇ ਲੋਕ ਇਹਨਾਂ ਉਲਝਣਾਂ ਨਾਲ ਹੀ ਦੋ ਚਾਰ ਹੁੰਦੇ ਰਹਿੰਦੇ ਨੇ ਸਾਰੀ ਜ਼ਿੰਦਗੀ। ਆਪਣੇ ਆਪ ਨੂੰ ਸਲਾਈ ਜਾਣਾ ਤੇ ਦੂਜੇ ਨੂੰ ਨਿੰਦੀ ਜਾਣਾ, ਆਪਣੇ ਆਪ ਨੂੰ ਵਡਿਆਉਣਾ ਤੇ ਦੂਜੇ ਨੂੰ ਛਟਿਆਉਣਾ, ਫਿਰ ਇਸ ਵਿਰੋਧਾਭਾਸ ਵਿੱਚੋਂ ਪੈਦਾ ਹੋਈਆਂ ਮੁਸ਼ਕਿਲਾਂ ਨਾਲ ਸਿੱਝਦੇ ਰਹਿਣਾ, ਜਿਹੜੀਆਂ ਕਿ ਆਪ ਹੀ ਕੀਤੀਆਂ ਗਈਆਂ ਨੇ। ਉਸ ਵਾਦ ਵਿਵਾਦ ਦੇ ਜ਼ਰੀਏ ਉਹ ਇਹਨੂੰ ਹੀ ਸਮਝਦੇ ਰਹਿੰਦੇ ਨੇ ਵੀ ਅਸੀਂ ਪੈਗੰਬਰ ਦੀ ਸੇਵਾ ਕਰਦੇ ਹਾਂ, ਅਸੀਂ ਗੁਰੂ ਦੀ ਸੇਵਾ ਕਰਦੇ ਹਾਂ, ਅਸੀਂ ਰੱਬ ਦੀ ਸੇਵਾ ਕਰਦੇ ਹਾਂ, ਅਸੀਂ ਧਰਮ ਦੀ ਸੇਵਾ ਕਰਦੇ ਹਾਂ। ਇਹ ਉਵੇਂ ਦੀ ਖੇਡ ਹੈ। ਤੁਸੀਂ ਮੱਕੜੀ ਵੇਖੀ ਹੋਏਗੀ ਜਿਹੜੀ ਆਪਣੇ ਸਰੀਰ ਚੋਂ ਜ਼ਾਇਆ ਪਦਾਰਥ ਛੱਡਦੀ ਏ, ਤਾਰ ਜਿਹੀ ਬਣ ਕੇ ਉਹ ਜਾਲਾ ਬੁਣ ਲੈਂਦੀ ਤੇ ਉਹਦੇ ਵਿੱਚ ਹੀ ਉਹ ਫਸੀ ਰਹਿੰਦੀ ਹੈ। ਜਾਲਾ ਬੁਣਨ ਵਾਲੀ ਮੱਕੜੀ ਖੁਦ ਹੀ ਜਾਲੇ ਵਿੱਚ ਫਸਦੀ ਹੈ, ਨਿਕਲਿਆ ਜਾਏ ਤੇ ਵਾਹ ਭਲਾ, ਨਹੀਂ ਤੇ ਉਹਦੇ ਵਿੱਚ ਉਲਝ ਕੇ ਹੀ ਉਹ ਖੱਪ ਜਾਂਦੀ ਹੈ, ਮਰ ਜਾਂਦੀ ਹੈ। ਹੁਣ ਜਾਲਾ ਵੀ ਉਹਨੇ ਬੁਣਿਆ, ਫਸੀ ਵੀ ਉਹ ਆਪਣੇ ਬੁਣੇ ਹੋਏ ਜਾਲ ਵਿੱਚ ਹੀ ਹੈ। ਉਸ ਜਾਲ ਦੇ ਵਿੱਚੋਂ ਨਿਕਲਣ ਦੀ ਤਕਲੀਫ ਝੱਲਦਿਆਂ ਝੱਲਦਿਆਂ ਉਹਨੇ ਪ੍ਰਾਣ ਵੀ ਦੇ ਦਿੱਤੇ ਨੇ। ਔਰ ਉਸ ਦੀ ਕੁੱਲ ਦੀਆਂ ਦੂਜੀਆਂ ਮੱਕੜੀਆਂ ਕਹਿਣ ਵੀ ਸਾਡੀ ਵੱਡੀ ਮੱਕੜੀ ਦੀ ਬੜੀ ਵੱਡੀ ਕੁਰਬਾਨੀ ਹੈ। ਉਸ ਨੇ ਇਸ ਜਾਲੇ ਵਿੱਚੋਂ ਨਿਕਲਣ ਦਾ ਯਤਨ ਕੀਤਾ, ਪਰ ਉਹ ਕੁਰਬਾਨ ਹੋ ਗਈ, ਉਹਦੇ ਕੋਲੋਂ ਨਿਕਲਿਆ ਨਹੀਂ ਗਿਆ। ਹੁਣ ਉਹਦੀ ਘਾਲਣਾ ਨੂੰ ਤਾਂ ਸਾਰੇ ਵੇਖਣਗੇ, ਪਰ ਇਹ ਕੋਈ ਨਹੀਂ ਵੇਖੇਗਾ ਵੀ ਇਹ ਜਾਲਾ ਬੁਣਿਆ ਕਿਹਨੇ ਸੀ। ਜਾਲਾ ਵੀ ਤਾਂ ਉਸਨੇ ਖੁਦ ਹੀ ਬੁਣਿਆ, ਜਿਸ ਵਿੱਚ ਉਹ ਖੁਦ ਹੀ ਫਸੀ ਰਹੀ। ਉਸ ਵਿੱਚ ਉਲਝ ਕੇ ਹੀ ਉਸਨੇ ਨਿਕਲਣ ਦੀ ਤਕਲੀਫ ਝੱਲਦਿਆਂ ਹੋਇਆਂ ਪ੍ਰਾਣ ਤਿਆਗੇ। ਕਿਤੇ ਐਸਾ ਤੇ ਨਹੀਂ ਵੀ ਅਸੀਂ ਜਿਹੜੀਆਂ ਮੁਸ਼ਕਲਾਂ ਖੁਦ ਪੈਦਾ ਕਰਦੇ ਹਾਂ ਉਹਨਾਂ ਨਾਲ ਹੀ ਸਿੱਝਦਿਆਂ ਅਸੀਂ ਸਮਝਦੇ ਰਹਿੰਦੇ ਹਾਂ ਵੀ ਅਸੀਂ ਬਹੁਤ ਵੱਡੀ ਪੈਗੰਬਰ ਦੀ, ਅੱਲਾਹ ਤਾਲਾ ਦੀ, ਖੁਦਾ ਦੀ, ਅਵਤਾਰ ਦੀ, ਰਸੂਲ ਦੀ, ਗੁਰੂ ਦੀ, ਕਿਸੇ ਮਹਾਨ ਸਤਿਪੁਰਖ ਦੀ ਸੇਵਾ ਕਰ ਰਹੇ। ਇਹ ਵਿਰੋਧਾਭਾਸ ਪੈਦਾ ਕਿਹਨੇ ਕੀਤੇ? ਅਸੀਂ। ਇਹਨਾਂ 'ਚ ਉਲਝਦਾ ਕੌਣ ਹੈ ਦਿਨ ਰਾਤ? ਅਸੀਂ। ਦੂਜੇ ਨੂੰ ਬੇਗਾਨਾ ਸਮਝ ਕੇ ਛੁਟਿਆਉਂਦਾ ਕੌਣ ਹੈ ਦਿਨ ਰਾਤ? ਅਸੀਂ। ਖੁਦ ਦੀ ਵਡਿਆਈ ਲਈ ਦੂਜੇ ਮਨੁੱਖ ਨੂੰ ਛੁਟਿਆਉਣ ਦਾ ਯਤਨ ਕੌਣ ਕਰਦਾ ਹੈ ਦਿਨ ਰਾਤ? ਅਸੀਂ। ਜਦੋਂ ਸਾਰਾ ਕੁਝ ਕਰਦੇ ਹੀ ਅਸੀਂ ਹਾਂ ਤੇ ਫਿਰ ਸੇਵਾ ਕਾਹਦੀ ਹੋਈ? ਇਹ ਤਾਂ ਕੋਈ ਕੁਰਬਾਨੀ ਨਾ ਹੋਈ, ਇਹ ਤਾਂ ਸਾਡੀ ਚੋਇਸ ਹੈ। ਮਸਲਾ ਤੇ ਸਾਡੀ ਈਗੋ ਦਾ ਹੈ। ਹੁਣ ਤੁਸੀਂ ਵੇਖੋ, ਉਹ ਵਿਚਾਰਾਂ ਦੇ ਇਖਤਲਾਫ, ਵਿਚਾਰਾਂ ਦੇ ਵਖਰੇਵੇਂ ਕਰਕੇ ਤਾਂ ਇੱਕ ਦੂਜੇ ਦੀ ਬਰਖਲਾਫੀ ਕਰਦੇ ਨੇ, ਵਿਰੋਧਤਾ ਕਰਦੇ ਨੇ, ਪਰ ਨਾ ਉਸ ਪਵਿੱਤਰ ਬਚਨ ਨੂੰ ਉਹ ਧਿਰ ਮੰਨਦੀ ਹੈ ਤੇ ਨਾ ਦੂਜੀ ਧਿਰ ਮੰਨਦੀ। ਮੰਨੋ, ਜਿਵੇਂ ਮੈਂ ਉਦਾਹਰਣ ਦੇਣਾ ਕਿ ਪੈਗੰਬਰ ਨੇ, ਗੁਰੂ ਨੇ, ਰੱਬ ਦੇ ਪਿਆਰੇ ਨੇ ਕਿਹਾ ਤੁਹਾਡੇ ਮਨ ਵਿੱਚ ਦਵੈਸ਼ ਨਹੀਂ ਹੋਣਾ ਚਾਹੀਦਾ, ਤੁਹਾਡੇ ਅੰਦਰ ਹਉਮੈ ਨਹੀਂ ਚਾਹੀਦੀ, ਤੁਸੀਂ ਕਿੰਨੇ ਵੀ ਵੱਡੇ ਹੋ ਜਾਓ ਹਉਮੈ ਦੀ ਬਿਮਾਰੀ ਤੋਂ ਬਚ ਕੇ ਰਹਿਣਾ। ਉਸ ਨੇ ਕਿਹਾ ਤੁਸੀਂ ਪਰਾਇਆ ਹੱਕ ਨਹੀਂ ਖਾਣਾ। ਉਸ ਨੇ ਇਹ ਕਿਹਾ ਵੀ ਤੁਸੀਂ ਕਿਸੇ ਨੂੰ ਨੀਚ ਜਾਂ ਨੀਵਾਂ ਨਹੀਂ ਸਮਝਣਾ। ਕਿੱਡੇ ਆਲਾ ਉਪਦੇਸ਼। ਹੁਣ ਇਹ ਗੱਲਾਂ ਤੇ ਅਸੀਂ ਨਹੀਂ ਮੰਨੀਆਂ, ਇਹ ਗੱਲਾਂ ਵੱਲ ਅਸੀਂ ਆਪਣੇ ਮਨ ਨੂੰ ਨਹੀਂ ਟਿਕਾਇਆ, ਇਹ ਬਚਨ ਉਹਨਾਂ ਦੇ ਨਹੀਂ ਮੰਨੇ ਜਿਹੜੇ ਸਾਨੂੰ ਵੀ ਤੇ ਸਾਡੇ ਆਲੇ ਦੁਆਲੇ ਨੂੰ ਵੀ ਸੁਖੀ ਕਰ ਸਕਦੇ ਸਨ। ਪਰ ਅਸੀਂ ਕੀਤਾ ਕੀ? ਅਸੀਂ ਇਸ ਗੱਲ ਤੇ ਹੀ ਲੜਦੇ ਰਹੇ ਵੀ ਉਹਨਾਂ ਦੇ ਲਿਖੇ ਹੋਏ ਕਲਾਮ ਇਵੇਂ ਪੜ੍ਹਨ ਨਾਲ ਜ਼ਿਆਦਾ ਅਸਰ ਹੁੰਦਾ ਹੈ, ਤੇ ਦੂਜਾ ਕਹਿੰਦਾ ਨਹੀਂ ਇਵੇਂ ਪੜ੍ਹਨ ਨਾਲ ਜ਼ਿਆਦਾ ਅਸਰ ਹੁੰਦਾ ਹੈ। ਉਹ ਦੋਵਾਂ ਦੇ ਆਪਣੇ ਆਪਣੇ ਖਿਆਲ ਸਾਨੂੰ ਇਹਨਾਂ ਗੱਲਾਂ ਤੇ ਹੀ ਲੜੀ ਗਏ। ਮਾਨੋ ਜਿਵੇਂ ਮਾਂ ਨੇ ਰੋਟੀ ਲਾ ਕੇ ਰੱਖ ਦਿੱਤੀ ਹੋਵੇ ਤੇ ਉਹ ਆਪ ਕਿਧਰੇ ਬਾਹਰ ਚਲੀ ਗਈ ਹੋਵੇ ਤੇ ਬੱਚਿਆਂ ਨੂੰ ਜਾਣ ਲੱਗੀ ਕਹਿ ਗਈ ਹੋਵੇ ਵੀ ਤੁਸੀਂ ਇਸ ਨੂੰ ਛਕ ਲੈਣਾ, ਵੰਡ ਕੇ ਖਾ ਲੈਣਾ, ਤੇ ਉਹ ਭਾਂਡਿਆਂ ਤੋਂ ਹੀ ਲੜ ਪੈਣਾ। ਇੱਕ ਆਖੇ ਮਾਂ ਦੀ ਖੁਸ਼ੀ ਇਸ ਵਿੱਚ ਹੈ
कि जे मैं रोटी अपनी तली ते रख के खा लवां। दूजा आखे नहीं, माँ तां खुश होएगी जे मैं रोटी नूं प्रॉपर ढंग नाल सजा के थाली दे विच फिर आराम नाल बैठ के खावां। एक आखे नहीं, जमीन ते बैठ के खाना ही माँ की खुशी का सबब है। दूजा आखे नहीं, टेबल कुर्सी ते बड़े आराम नाल बैठ के खाना चाहिए, इहदे नाल माँ ज़्यादा खुश होएगी। वो इन्हां गल्लां ते ही लड़ते रहन, लहू लुहान हो जाण। माँ जदों वापस आउंदी है ते वेखदी है कि बच्चे आपस विच लहू लुहान ने, खौफज़दा ने, गज़बनाक ने, गुस्से विच ने, एक दूजे नूं जख्मी कीता होया। उन्हें पुछया की होया, तुहानूं किसी ने बाहरों आके कुछ कहा? कहण लगे नहीं, असी ही एक दूजे नूं कहा, बाहरों कोई नहीं आया, असी ही आपस विच लड़ पए सा। उन्हें क्या क्यों? कहण लगे हर एक ने दावा किया, माँ मैं तैनूं बहुत प्यार करदा। दूजे ने आख्या, माँ मैं भी तैनूं बहुत प्यार करदा। आख्या ठीक है बच्चेओ, तुसी मैनूं प्यार करदे हो, पर तुसी लड़े क्यों? एक ने आख्या, माँ मैं सोचा मैं जमीन ते बह के रोटी खावांगा ते बड़ा खुश होवांगा। ये कहंदा सी नहीं, मैं कुर्सी टेबल सजा के बड़े आराम नाल खावांगा तां माँ खुश होवेगी। ये कहंदा सी मैं तली उत्ते रोटी रख के खावांगा, माँ दी लत्थी होई तां माँ खुश होएगी। ते ये कहंदा सी मैं थाली च सजा के बड़े सोहणे ढंग नाल प्रशादा छकांगा तां माँ खुश होएगी। माँ ने आख्या इहदे च लड़न वाली किहड़ी गल सी? जिन्हों तली ते रोटी रख के खाण दा स्वाद आउंदा उवें खा लैंदा, जिन्हों थाली च रखण दा स्वाद सी उवें खा लैंदा, जिन्हें जमीन ते बह के खाना सी उवें खा लैंदा, जिन्हें कुर्सी टेबल सजा के खानी सी उवें खा लैंदा। तो तुहाडी मर्जी सी ना, पर तुसी दसो रोटी खाधी? नहीं माँ, वो तो लड़ाई च उवें ही पई रही, रोटी तो असी खाधी नहीं। असी तो अजे डिसाइड कर रहे हाँ, अजे तो असी निर्णय उत्ते नहीं पहुंचे, मेरी गल नहीं मान रहा तो मैं इहदी गल नहीं मान रहा। माँ ने आख्या तुसी बेवकूफ हो, तुसी अज्ञानी हो, तुसी माँ की खुशी हासिल करने की बजाय माँ नूं रुसवा कीता है, दुखी कीता है। एक माँ लई खुशी का सबब यह हुंदा है भी उस दा बनाया पकवान वो बच्चा खाए। तुसी भुखे हो, भुख दे नाल नाल एक तां भुख वड्डी उलझण है ते उदों वध उलझणा तुसी कलेश पा के होर वधा लईआं, जख्मी भी हो गए। हुण मैं तुहानूं रोटी भी देवां ते मलम पट्टी भी करां, तुहाडी बेवकूफ़ी ते अज्ञानता तुहानूं कित्थे लै आई? मैं तुहानूं हदायत ये कीती सी रोटी खा लेना, बाकी सारे तुहाडे तरीके सन, जिवें तुहानूं पचदी है, जिवें तुहानूं खाण नूं जी करदा खा लो। रोटी उवें पई है, तुसी लड़न दे तरीकिਆਂ ते भांडिਆਂ ते लड़ते रहे। ये उदाहरण मैं इस करके दिती है, हर मजहब का यही हाल है। किसी महान पुरख ने बड़ा आत्मक उपदेश परोस के सानू दिता, आख्या वरत लेना। असी डिसाइड करन दे तरीकिਆਂ उत्ते ही उलझे हुए हैं, किवें वरतीए, किवें वरत्या जाए। जिहड़ा तरीका मैनू पसंद है ते जिहड़ा तरीका तुहानू पसंद है, दोवां च थोड़ा जिहा वखरेवा है। असी इस गल की परख बहुत घट की भी मैं किन्ना खा सकिया, मैं किन्ना पचा सकिया, तुसी किन्ना खा के पचा सके हो। साडे मेरे ते तुहाडे जीवन च किन्ना किन्ना गुरबाणी ने, गुरमत ने, रब दे प्यारिਆਂ दे उपदेश ने असर किया है। वो गल्लां ते कोहां दूर रह गईयां। असी लड़दे काहदे ते हां? सानू द्वैश किस गल दा है? उन्हां गल्लां दा जिन्हां दा कोई लाभ ही नहीं, जिहड़ियां केवल दुनिया दे नक नमूज खातर ने, जिहड़ियां केवल विखावे ने, जिहड़ियां केवल अपनी हौमे नूं पट्ठे पाउण दीयां चीज़ां ने, जिहड़ियां केवल अपने स्वार्थ सिद्धि दीयां गल्लां ने, वो सब असीं करदे हां। इस वास्ते असीं उस उपदेश नूं की मन्निआ, जे को खावै जे को पुंचै तिसका होए उधारो, ये वस्त तजी नह जाई नित, नित रख उर धारो। उसनूं उर नाम है हिरदे दा, हिरदे विच धारण करना है, भाव अंतर आत्मा विच वसाउणा है।
ਆਪਣੇ ਪਿਆਰੇ ਦੀ ਮੁਹੱਬਤ ਵਿੱਚ ਜੀਣਾ ਹੈ। ਪਰ ਅਸੀਂ ਮੁਹੱਬਤ ਉੱਤੇ ਪਾਬੰਦੀਆਂ ਆਇਦ ਕੀਤੀਆਂ ਨੇ, ਤੌਰ ਤਰੀਕਿਆਂ ਦੀਆਂ। ਠੀਕ ਹੈ, ਤੌਰ ਤਰੀਕੇ ਇੱਕ ਪ੍ਰਬੰਧ ਆਪਣੇ ਕਿਸਮ ਦਾ, ਉਹ ਸਾਡੇ ਲਈ ਇੱਕ ਲਾਹੇਵੰਦੀ ਚੀਜ਼ ਹੁੰਦੀ ਹੈ, ਪਰ ਉਹੀ ਸਾਰਾ ਕੁਝ ਨਹੀਂ ਹੁੰਦਾ। ਭਗਤ ਕਬੀਰ ਜੀ ਨੇ ਇਹੀ ਵਾਕ ਇੱਥੇ ਉਚਾਰਨ ਕੀਤਾ ਹੈ। ਉਹ ਕਹਿੰਦੇ ਨੇ, ਹਰ ਬਿਨ ਭਰਮ ਭੁਲਾਨੇ ਅੰਧਾ। ਜਗਤ ਦੇ ਲੋਕ ਅਗਿਆਨਤਾ ਕਰਕੇ ਭਰਮਾਂ ਵਿੱਚ ਭੁੱਲੇ ਹੋਏ ਹਨ, ਹਰੀ ਨੂੰ ਚੇਤੇ ਨਹੀਂ ਕਰਦੇ, ਬਾਕੀ ਸਾਰਾ ਕੁਝ ਹੀ ਚੇਤੇ ਕਰਦੇ। ਉਹਨਾਂ ਨੂੰ ਇਹ ਪਤਾ ਹੈ ਕੰਨਾਂ 'ਚ ਮੁੰਦਰਾਂ ਪਾਉਣੀਆਂ ਹਨ, ਉਹਨਾਂ ਨੂੰ ਇਹ ਪਤਾ ਹੈ ਸਰੀਰ 'ਤੇ ਭਗਵਾਂ ਵੇਸ ਪਹਿਨਣਾ ਹੈ, ਕਿਸੇ ਨੂੰ ਇਹ ਪਤਾ ਹੈ ਮੈਂ ਜਟਾਵਾਂ ਰੱਖਣੀਆਂ ਹਨ, ਕਿਸੇ ਨੂੰ ਇਹ ਹੈ ਮੈਂ ਆਪਣਾ ਸਿਰ ਰੁੰਡ ਮੁੰਡ ਕਰ ਲੈਣਾ ਹੈ, ਕਿਸੇ ਨੂੰ ਇਹ ਪਤਾ ਮੈਂ ਖੜਾਵਾਂ ਪਾਉਣੀਆਂ ਨੇ, ਕਿਸੇ ਨੂੰ ਇਹ ਪਤਾ ਮੈਂ ਨੰਗੇ ਕਦਮੀ ਚੱਲਣਾ ਹੈ। ਕੋਈ ਕਹਿੰਦਾ ਮੈਂ ਤਪ ਸਾਧਾਂਗਾ, ਕੋਈ ਕਹਿੰਦਾ ਮੈਂ ਜਪ ਕਰਾਂਗਾ, ਕੋਈ ਕਹਿੰਦਾ ਮੈਂ ਤੀਰਥਾਂ ਤੇ ਜਾਵਾਂਗਾ, ਕੋਈ ਕਹਿੰਦਾ ਮੈਂ ਵਰਤ ਰੱਖਾਂਗਾ। ਹਰ ਇੱਕ ਚੀਜ਼ ਹਰ ਇੱਕ ਮਨੁੱਖ ਨੂੰ ਯਾਦ ਹੈ। ਫਿਰ ਵਰਤ ਰੱਖਣ ਵਾਲੇ ਵੀ ਆਪਸ ਵਿੱਚ ਸਲਾਹ ਦਿੰਦੇ ਨੇ ਇੱਕ ਦੂਜੇ ਨੂੰ, ਇਸ ਤਰੀਕ ਨੂੰ, ਇਸ ਦਿਨ ਨੂੰ, ਇਸ ਦੇਵਤੇ ਦੇ ਨਾਂ ਦਾ ਵਰਤ ਰੱਖਿਆ ਜਾਏ ਤੇ ਉਹ ਜ਼ਿਆਦਾ ਫਾਇਦੇਮੰਦ ਹੁੰਦਾ। ਰਹਿਣਾ ਤੇ ਭੁੱਖੇ ਹੀ ਹੈ, ਪਰ ਉਹ ਕਿਸ ਦੇਵਤੇ ਨੂੰ ਸਮਰਪਿਤ ਹੋ ਕੇ ਰਿਹਾ ਜਾਏ, ਇਹ ਵੀ ਮਸਾਇਲ ਨੇ। ਕਿਹੜੇ ਵਾਰ ਤੇ ਕਿਹੜੀ ਤਿਥ ਦਾ ਵਰਤ ਜ਼ਿਆਦਾ ਫਲਦਾਇਕ ਹੈ, ਇਹ ਵੀ ਮਸਲਾ ਹੈ। ਰਹਿਣਾ ਭੁੱਖੇ ਹੈ, ਪਰ ਭੁੱਖੇ ਰਹਿਣ ਦੇ ਲਈ ਤੁਹਾਡਾ ਆਸ਼ਾ ਕੀ ਹੋਵੇ, ਤੁਹਾਡਾ ਕਿਸ ਦੇਵਤੇ ਨੂੰ ਜਾਂ ਕਿਸ ਭਗਵਾਨ ਨੂੰ ਸਮਰਪਿਤ ਹੋ ਕੇ ਜਾਂ ਕਿਹੜੀ ਤਿਥ ਵਾਰ ਦਿਨ ਨੂੰ ਭੁੱਖੇ ਰਿਹਾ ਜਾਏ, ਇਹਦੇ ਉੱਤੇ ਵੀ ਵਿਚਾਰਾਂ ਦਾ ਵੱਖਰੇਵਾ ਹੈ। ਕੋਈ ਨੂੰ ਵਰਤ ਕਹਿ ਲੈ, ਕੋਈ ਉਹਨੂੰ ਰੋਜ਼ਾ ਕਹਿ ਲੈ। ਇੱਕ ਭੁੱਖੇ ਰਹਿਣ ਦੇ ਉੱਤੇ ਵਿਚਾਰਾਂ ਦਾ ਕਿੱਡਾ ਲੰਬਾ ਚੌੜਾ ਵੱਖਰਾ। ਕੋਈ ਕਿਸੇ ਤੀਰਥ ਨੂੰ ਪਸੰਦ ਕਰਦਾ ਹੈ, ਕੋਈ ਕਿਸੇ ਨੂੰ ਜਾਣਾ ਹੈ, ਨਹਾਉਣਾ ਹੈ, ਇਸ਼ਨਾਨ ਕਰਨਾ ਹੈ, ਦਾਨ ਕਰਨਾ ਹੈ, ਮੱਥਾ ਟੇਕਣਾ ਤੇ ਮੁੜ ਆਉਣਾ। ਇੱਕ ਭੌਲੰਥੀ ਨਾਤਿਆਂ ਦੋਏ ਪਾ ਚੜੀ ਅਸੋਰ, ਲਿਆਉਣੀ ਤੇ ਹਉਮੈ ਹੀ ਇਕੱਠੀ ਕਰਕੇ। ਪਰ ਇਹ ਵੀ ਰੌਲਾ ਹੈ ਵੀ ਕਿਹੜੇ ਤੀਰਥ ਉੱਤੇ ਨਹਾਉਣ ਦਾ ਜ਼ਿਆਦਾ ਪੁੰਨ ਹੋਏਗਾ ਤੇ ਕਿੱਥੇ ਨਹਾਉਣ ਦਾ ਜ਼ਿਆਦਾ ਪੁੰਨ ਨਹੀਂ ਹੋਏਗਾ। ਕਿਹੜੀ ਤਿਥ ਵਾਰ ਤਰੀਕ ਨੂੰ ਕਿਹੜੇ ਤੀਰਥ ਉੱਤੇ ਜਾਣਾ ਲਾਭਦਾਇਕ ਹੈ, ਕਿਹੜੀ ਤਿਥ ਵਾਰ ਨੂੰ ਕਿਹੜੇ ਤੀਰਥ ਉੱਤੇ ਜਾਣਾ ਲਾਭਦਾਇਕ ਹੈ। ਸਮੇਂ ਦਾ ਰੌਲਾ ਹੈ। ਕਿਹੜੇ ਸਮੇਂ ਵਿੱਚ ਉਸ ਖੁਦਾਵੰਦ ਨੂੰ, ਉਸ ਅੱਲਾਹ ਨੂੰ, ਉਸ ਵਾਹਿਗੁਰੂ ਨੂੰ, ਉਸ ਪਰਮੇਸ਼ਰ ਨੂੰ ਯਾਦ ਕਰਨਾ ਉਹਦੇ ਸਾਨੂੰ ਨੇੜੇ ਕਰਦਾ ਹੈ, ਤੇ ਕਿਹੜੇ ਸਮੇਂ ਵਿੱਚ ਉਹਨੂੰ ਯਾਦ ਨਹੀਂ ਜਾਂ ਘੱਟ ਲਾਭਦਾਇਕ ਹੁੰਦਾ ਹੈ। ਲਾਭਦਾਇਕ ਤਾਂ ਸਾਰੇ ਕਹਿੰਦੇ ਨੇ, ਪਰ ਵੱਧ ਲਾਭਦਾਇਕ ਤੇ ਘੱਟ ਲਾਭਦਾਇਕ ਦਾ ਰੌਲਾ ਹੈ। ਕਿਹੜੀ ਤਿਥਵਾਰ ਨੂੰ ਰੱਬ ਨੂੰ ਮਨਾਇਆ ਜਾਏ ਤੇ ਕਿਹੜੀ ਨੂੰ ਨਾ ਮਨਾਇਆ ਜਾਏ। ਜੇ ਵੇਲਾ ਵਕਤ ਵਿਚਾਰੀਏ ਤਾਂ ਕਿਤ ਵੇਲਾ ਸਾਨੂੰ ਸਾਰਿਆਂ ਨੂੰ ਪਤਾ ਹੈ। ਜਦੋਂ ਭਾਈ ਲਹਿਣਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਹਜ਼ੂਰ ਆਏ, ਉਸ ਸਮਾਂ, ਉਹ ਦਿਨ, ਉਹ ਘੜੀ, ਉਹ ਪਲ ਕਿਹੜਾ ਸੀ ਸਾਨੂੰ ਨਹੀਂ ਪਤਾ। ਕਿਸੇ ਸਾਖੀਕਾਰ ਨੇ ਨਹੀਂ ਲਿਖਿਆ ਦਿਨ ਸੀ ਉਦੋਂ, ਕਿਸੇ ਸਾਖੀਕਾਰ ਨੇ ਨਹੀਂ ਲਿਖਿਆ ਘੜੀ ਸੀ, ਗ੍ਰਹਿਆਂ ਦੀ ਆ ਚਾਲ ਸੀ, ਕਿਸੇ ਨੂੰ ਨਹੀਂ ਪਤਾ। ਕੇਵਲ ਇੰਨਾ ਪਤਾ ਹੈ ਵੀ ਭਾਈ ਲਹਿਣਾ ਜੀ ਗੁਰੂ ਸਾਹਿਬ ਜੀ ਦੀ ਸ਼ਰਨ ਵਿੱਚ ਆਏ, ਉਹਨਾਂ ਲਈ ਉਹੀ ਘੜੀ ਪਾਵਨ ਹੈ। ਅਸੀਂ ਵਿਚਾਰ ਕਰਦੇ ਹਾਂ ਤਿਥ ਦੀ, ਦਿਨ ਦੀ। ਜੇ ਅਸੀਂ ਬਾਣੀ ਪੜ੍ਹਨੀ ਹੈ ਤੇ ਸਾਡੇ ਲਈ ਤਾਂ ਰੋਜ਼ ਹੀ ਚੰਗਾ ਦਿਨ ਹੈ। ਜੇ ਨਹੀਂ ਪੜ੍ਹਨੀ ਤੇ ਜਿੰਨੇ ਮਰਜ਼ੀ ਕੋਈ ਕਹਿ ਦੇ ਅੱਜ ਦਿਨ ਬੜਾ ਸ਼ੁਭ ਹੈ, ਬੜਾ ਚੰਗਾ ਹੈ, ਬੜਾ ਪਵਿੱਤਰ ਦਿਹਾੜਾ ਹੈ, ਕੀ ਅਰਥ ਹੈ ਉਹਦਾ? ਦਵੈਸ਼ ਅਸੀਂ ਪਵਿੱਤਰ ਦਿਹਾੜੇ ਦਿਨ ਵੀ ਨਹੀਂ ਛੱਡਣਾ, ਤੇ ਜਿਹੜਾ ਦਿਨ ਪਵਿੱਤਰ ਨਹੀਂ ਹੈ ਉਸ ਦਿਨ ਵੀ ਨਹੀਂ ਛੱਡਣਾ। ਅਸੀਂ ਤੇ ਉਹੀ ਰਹਿਣਾ। ਦਿਨ ਆਏਗਾ ਤੇ ਗੁਜ਼ਰ ਜਾਏਗਾ। ਦਿਵਸ ਚੜ੍ਹੈ ਫਿਰ ਆਥ ਵੈ ਰਹਿਣ ਸਬਾਈ ਜਾਏ, ਆਵ ਘਟੈ ਨਰ ਨਾ ਬੁਝੈ ਨਿਤ ਮੂਸਾ ਲਾਜ ਟੁਕਾਏ। ਉਹ ਤਾਂ ਉਵੇਂ ਗੁਜ਼ਰ ਜਾਏਗਾ। ਇਸ ਲਈ ਗਰੀਬ ਨਵਾਜ਼ ਕਹਿੰਦੇ ਨੇ, ਹਰੀ ਚੇਤੇ ਨਹੀਂ, ਸਿਰਜਣਹਾਰ ਵਾਹਿਗੁਰੂ ਚੇਤੇ ਨਹੀਂ, ਉਸ ਦੀ ਜੋਤ ਸਰਵ ਵਿਆਪਕ ਹੈ, ਉਹ ਮੇਰੇ ਵਜੂਦ ਵਿੱਚ ਵਸਦਾ, ਉਹਦਾ ਅਹਿਸਾਸ ਨਹੀਂ, ਬਾਕੀ ਸਾਰਾ ਤਾਮ ਝਾਮ ਯਾਦ ਹੈ। ਇਹ ਸਾਡੀ ਉਹਦੇ ਵੱਲੋਂ ਅਗਿਆਨਤਾ ਕਾਰਨ ਅਸੀਂ ਇਹਨਾਂ ਭਰਮਾਂ 'ਚ ਭੁੱਲ ਜਾਂਦੇ ਹਾਂ। ਅਗਿਆਨਤਾ ਵਾਹਿਗੁਰੂ ਵੱਲੋਂ ਹੈ ਸਾਡੀ, ਕਿ ਅਸੀਂ ਉਹਨੂੰ ਭੁੱਲੇ ਹੋਏ ਹਾਂ, ਅਗਿਆਨੀ ਹਾਂ।
ਤੇ ਬਾਕੀ ਸਾਰੇ ਭਰਮ ਜਿਹੜੇ ਨੇ ਉਹ ਫਿਰ ਸਾਡੇ ਗਲ ਪੈ ਜਾਂਦੇ ਨੇ ਅਗਿਆਨਤਾ ਕਾਰਨ। ਅਸੀਂ ਉਹਨਾਂ ਭਰਮਾਂ 'ਚ ਭੁੱਲੇ ਹੋਏ ਹੀ ਉਹਨਾਂ ਕਰਮ ਕਾਂਡਾਂ ਨੂੰ, ਉਹਨਾਂ ਮਨ ਮੱਤਾਂ ਨੂੰ, ਆਪਣੇ ਮਨ ਦੀਆਂ ਧਾਰਨਾਵਾਂ ਨੂੰ ਹੀ ਸਾਰਾ ਕੁਝ ਸਮਝ ਕੇ ਉਹਦੇ ਵਿੱਚ ਲੁਪਤ ਰਹੇ। ਹਰ ਬਿਨ ਭਰਮ ਭੁਲਾਨੇ ਅੰਧਾ। ਫਿਰ ਅੱਗੇ ਫਰਮਾਉਂਦੇ ਨੇ, ਜਾਪ ਹੈ ਜਾਉ ਆਪ ਛੁਟਕਾਵਨ। ਜਿਸ ਕੋਲ ਵੀ ਮੈਂ ਜਾਵਾਂ ਨਾ ਵੀ ਸ਼ਾਇਦ ਇਹਦੇ ਕੋਲ ਮੇਰਾ ਭਲਾ ਹੋ ਜਾਏ, ਤੇ ਬਾਂਦੇ ਬਹੁ ਫੰਦਾ, ਉਹ ਤਾਂ ਆਪ ਹਉਮੈ ਦੀ ਫਾਈ 'ਚ ਵੱਜੇ ਨੇ, ਉਹ ਤੇ ਆਪ ਅਗਿਆਨਤਾ ਤੇ ਭਰਮਾਂ ਵਿੱਚ ਵੱਜੇ ਹੋਏ ਨੇ। ਉਹ ਮੇਰਾ ਕੀ ਛੁਟਕਾਰਾ ਕਰਾਉਣਗੇ? ਉਹ ਮੇਰਾ ਕਿਵੇਂ ਭਲਾ ਕਰਨਗੇ? ਉਹ ਜਾਂ ਆਪ ਡੁੱਬੇ ਤੁਮ ਕਹਾਂ ਤਾਰਨਹਾਰ, ਜਿਹੜੇ ਆਪ ਮੰਝ ਧਾਰ 'ਚ ਫਸੇ ਨੇ, ਉਹ ਮੇਰਾ ਕੀ ਭਲਾ ਕਰਨ? ਮੈਂ ਜਾਵਾਂ ਇਸ ਕਰਕੇ ਵੀ ਮੇਰਾ ਭਲਾ ਹੋਏ ਨਾ ਕੋਈ। ਨਹੀਂ, ਭਲਾ ਮੇਰਾ ਗੁਰੂ ਦਾ ਉਪਦੇਸ਼ ਕਰੇਗਾ, ਆਤਮਕ ਸੋਝੀ ਤੇ ਅੰਦਰੋਂ ਪੈਦਾ ਹੋਇਆ ਵਿਵੇਕ ਕਰੇਗਾ, ਹੋਰ ਕੋਈ ਨਹੀਂ ਕਰ ਸਕਦਾ। ਜਾਪੈ ਜਾਉ, ਜਿੱਥੇ ਵੀ ਮੈਂ ਜਾਣਾ ਆਪ ਛੁਟਕਾਵਨ, ਵੀ ਚਲੋ ਜੋਗੀ ਦੇ ਰਾਹ ਤੁਰ ਪਾਓ, ਸੰਨਿਆਸੀ ਦੇ ਰਾਹ ਤੁਰ ਪਾਓ, ਗੁਸਾਈ ਮਤ ਵਾਲਿਆਂ ਦੇ ਕਿਸੇ ਵੀ ਰਾਹ ਤੇ ਤੁਰ ਪਾਓ। ਤੇ ਬਾਂਦੇ ਬਹੁ ਫੰਦਾ, ਉਹ ਤਾਂ ਆਪ ਵੱਜੇ ਹੋਏ ਨੇ, ਇੱਕ ਦੂਜੇ ਨਾਲ ਈਰਖਾ ਦੇ ਬੰਧਨ 'ਚ ਵੱਜੇ ਨੇ, ਇੱਕ ਦੂਜੇ ਦੇ ਪ੍ਰਤੀ ਵਿਰੋਧ ਦੇ ਬੰਧਨ 'ਚ ਵੱਜੇ ਨੇ, ਆਪਣੀ ਹਉਮੈ ਦੇ ਬੰਧਨ 'ਚ ਵੱਜੇ ਨੇ। ਉਹਨਾਂ ਨੂੰ ਵੀ ਅਜੀਬ ਕਿਸਮ ਦੇ ਬੰਧਨ ਪਏ ਹੋਏ, ਉਹ ਵੀ ਮੁਕਤ ਨਹੀਂ ਹਨ ਇਹਨਾਂ ਚੀਜ਼ਾਂ ਤੋਂ। ਬਸ ਉਹਨਾਂ ਨੇ ਟੈਗ ਵੱਖਰਾ ਲਾਇਆ, ਲੇਬਲ ਵੱਖਰਾ ਲਾਇਆ। ਉਹ ਕਿਹੜੇ ਛੁੱਟ ਗਏ? ਕਿਉਂਕਿ ਉਹਨਾਂ ਛੁੱਟਣ ਦਾ ਯਤਨ ਆਹਰ ਹੀ ਨਹੀਂ ਕੀਤਾ। ਉਹਨਾਂ ਨੇ ਆਹਰ ਹੀ ਉਹ ਕੀਤਾ ਜਿਹਦੇ ਨਾਲ ਉਹਨਾਂ ਦੇ ਬੰਧਨ ਹੋਰ ਮਜ਼ਬੂਤ ਹੋ ਜਾਣ, ਗੰਢਾਂ ਹੋਰ ਪੱਕੀਆਂ ਹੋ ਜਾਣ। ਗੰਢਾਂ ਤੇ ਪਹਿਲਾਂ ਹੀ ਸਨ, ਪਰ ਉਹਨਾਂ ਨੇ ਛਡਾਉਣ ਦਾ ਯਤਨ ਨਹੀਂ ਕੀਤਾ, ਹੋਰ ਮਜ਼ਬੂਤ ਕਰ ਲਈਆਂ। ਇਸੇ ਭਾਵ ਵਿੱਚ ਕਹਿੰਦੇ ਨੇ, ਜੋਗੀ ਕਹੈ ਜੋਗ ਭਲ ਮੀਠਾ ਅਵਰ ਨਾ ਦੂਜਾ ਭਾਈ। ਜੋਗੀ ਆਖਦੇ ਨੇ, ਭਾਈ ਜੋਗ ਦਾ ਮਾਰਗ, ਜੋ ਸਾਡਾ ਤਰੀਕਾ ਹੈ, ਕੰਨਾਂ 'ਚ ਮੁੰਦਰਾਂ, ਝੋਲੀ, ਖਿੰਥਾ, ਡੰਡਾ, ਕਮੰਡਲ, ਇਹ ਸਾਰਾ ਕੁਝ ਕਹਿੰਦੇ ਇਹੀ ਇੱਕੋ ਇੱਕ ਤਰੀਕਾ, ਇਹੀ ਲਿਬਾਸ ਪਰਮ ਸੱਚ ਹੈ, ਤੇ ਸਾਡੇ ਵਰਗੀ ਪ੍ਰੈਕਟਿਸ ਹੀ ਸਭ ਤੋਂ ਉੱਤਮ ਹੈ। ਅਵਰ ਨਾ ਦੂਜਾ, ਹੋਰ ਕੋਈ ਰਾਹ ਐਡਾ ਵਧੀਆ ਨਹੀਂ ਹੈ। ਰੁੰਡਿਤ ਮੁੰਡਿਤ ਏਕੈ ਸ਼ਬਦ ਇਹ ਕਹੈ ਸਿੱਧ ਪਾਈ। ਇੱਕ ਰੋਂਡ ਮੋਂਡ ਸਾਧੂ ਨੇ, ਜਿਨ੍ਹਾਂ ਨੇ ਆਪਣੇ ਕੇਸ ਉਤਾਰ ਦਿੱਤੇ ਨੇ, ਜਿਵੇਂ ਜੈਨੀ ਸਰੇਵੜੇ ਨੇ, ਜੰਗਮ ਨੇ, ਹੋਰ ਇਤਿਆਦਿਕ ਨੇ ਬਹੁਤ ਸਾਰੇ। ਇੱਕ ਹੈ ਸ਼ਬਦੀ, ਗੁਸਾਈ ਮਤ ਵਾਲੇ। ਇੱਕ ਸ਼ਬਦ ਕੋਈ ਅਲੱਖ ਨਿਰੰਜਨ ਕਹਿੰਦਾ, ਕੋਈ ਕੁਝ ਕਹਿੰਦਾ। ਅੱਛਾ, ਉਹ ਦੂਜੇ ਸ਼ਬਦ ਨੂੰ, ਸ਼ਬਦ ਉਹਦੇ ਵਿੱਚ ਵੀ ਕੁਝ ਸੱਚ ਹੈ, ਕੋਈ ਅਲੱਖ ਆਂਦਾ ਹੈ, ਨਿਰੰਜਨ ਆਂਦਾ। ਬਾਣੀ ਨੇ ਵੀ ਸ਼ਬਦ ਵਰਤੇ ਨੇ, ਹਾਲਾਂਕਿ ਜੋਗੀ ਜਦੋਂ ਕਿਤੇ ਜਾਂਦਾ ਅਲੱਖ ਨਿਰੰਜਨ ਕਹਿੰਦਾ, ਬਾਣੀ 'ਚ ਵਰਤੇ ਨੇ। ਐਸਾ ਨਾਮ ਨਿਰੰਜਨ ਹੋਏ, ਅਲੱਖ ਨਾ ਲਖਿਆ ਜਾਏ। ਪਰ ਕਿਸੇ ਨੂੰ ਉਹ ਸ਼ਬਦ ਪ੍ਰਵਾਨ ਨਹੀਂ, ਤੇ ਕਿਸੇ ਨੂੰ ਉਹ ਸ਼ਬਦ ਪ੍ਰਵਾਨ ਨਹੀਂ। ਸ਼ਬਦ ਦੇ ਭਾਵ ਨੂੰ ਆਪਣੀ ਸੁਰਤ ਵਿੱਚ ਵਸਾਉਣ ਦੀ ਬਜਾਏ ਲੋਕ ਸ਼ਬਦਾਂ ਦੇ ਉੱਤੇ ਲੜ ਰਹੇ ਨੇ, ਝਗੜਾ ਕਰ ਰਹੇ ਨੇ। ਉਹ ਕਹਿੰਦਾ ਅੱਲਾ ਸ਼ਬਦ ਕਹਿਣ ਵਾਲਾ ਤੇ ਸਾਡਾ ਬੰਦਾ ਹੀ ਨਹੀਂ ਹੋ ਸਕਦਾ। ਸੋ ਇਹ ਜਿਹੜਾ ਵਖਰੇਵਾਂ ਹੈ, ਕਿਉਂਕਿ ਜੋਤ ਨੂੰ ਨਹੀਂ ਪਛਾਣਿਆ, ਇਸ ਵਾਸਤੇ ਫਰਮਾਉਂਦੇ ਨੇ ਇਹ ਕਹੇ ਸਿੱਧ ਪਾਈ। ਦੂਜੇ ਕਹਿੰਦੇ ਨੇ ਵੀ ਇਹਦੇ ਨਾਲ ਹੀ ਸਫਲਤਾ ਮਿਲਦੀ ਹੈ, ਪਰਮੇਸ਼ਰ ਤੱਕ ਰਸਾਈ ਹੁੰਦੀ ਹੈ। ਫਿਰ ਕਹਿੰਦੇ ਨੇ ਜਹ ਤੇ ਉਪਜੀ ਤਹੀਂ ਸਮਾਨੀ, ਇਹ ਬਿਦ ਬਿਸਰੀ ਤਬ ਹੀ। ਕਹਿੰਦੇ ਨੇ ਹਉਮੈ ਵਿੱਚ ਭੁੱਲੇ ਹੋਏ ਲੋਕ ਨੇ, ਜਹ ਤੇ ਉਪਜੀ, ਇਹ ਹਉਮੈ ਦੀ ਸਥਿਤੀ ਕਿਉਂ ਉਪਜੀਏ? ਹਰ ਬਿਨ, ਪਰਮੇਸ਼ਰ ਨੂੰ ਭੁਲਾ ਕੇ ਇਹ ਹਉਮੈ ਵਰਗੀ ਸਿਚੁਏਸ਼ਨ ਅਸੀਂ ਕ੍ਰੀਏਟ ਕਰ ਲਈ ਆਪਣੇ ਆਲੇ ਦੁਆਲੇ, ਤੇ ਅਸੀਂ ਉਹ ਹਉਮੈ ਵਾਲਾ ਜੰਜਾਲ ਸਿਰਜ ਕੇ ਫਿਰ ਉਹਦੇ ਵਿੱਚ ਆਪ ਸਮਾਏ, ਮੁਬਤਲਾ ਹੋਏ, ਗ੍ਰਸਤ ਹੋਏ, ਉਲਝੇ ਹੋਏ। ਜਾਣੀ ਕਿ ਅਸੀਂ ਪਹਿਲੋਂ ਇਹਨੂੰ ਇਉਂ ਸਮਝੋ ਵੀ ਅਸੀਂ ਪਹਿਲੋਂ ਇਨਵਾਇਰਮੈਂਟ ਸਿਰਜਦੇ ਹਾਂ, ਤੇ ਫਿਰ ਉਹ ਇਨਵਾਇਰਮੈਂਟ ਸਾਡੇ ਉੱਤੇ ਇਫੈਕਟ ਪਾਉਂਦਾ ਹੈ, ਪ੍ਰਭਾਵ ਪਾਉਂਦਾ ਹੈ, ਫਿਰ ਅਸੀਂ ਉਹਦੇ ਸ਼ਿਕਾਰ ਹੁੰਦੇ ਹਾਂ। ਜਹਤੀ ਉਪਜੀ ਤਹੀਂ ਸਮਾਨੀ, ਇਹ ਵਿਧ, ਇਸ ਤਕਨੀਕ ਨਾਲ, ਇਸ ਜੁਗਤ ਨਾਲ ਜਦੋਂ ਅਸੀਂ ਜੀਂਦੇ ਹਾਂ ਨਾ, ਕਿ ਆਪੇ ਹੀ ਮਾਹੌਲ ਕ੍ਰੀਏਟ ਕਰ ਲੈਂਦੇ ਤੇ ਆਪੇ ਹੀ ਉਲਝ ਕੇ ਖਪਦੇ ਰਹਿੰਦੇ ਹਾਂ। ਬਿਸਰੀ ਤਬ ਹੀ,
ਕਹਿੰਦੇ ਨੇ ਇਸੇ ਕਰਕੇ ਹੀ ਸਾਨੂੰ ਉਸ ਪਰਮੇਸ਼ਰ ਦੀ ਜੋਤ ਭੁੱਲੀ ਹੋਈ ਹੈ। ਉਹ ਸਭਨਾਂ ਵਿੱਚ ਵਿਆਪਕ ਹੈ। ਅਸੀਂ ਉਸ ਸੱਚ ਨੂੰ ਜਾਣਨ ਤੋਂ ਪਰਹੇਜ਼ ਕਰ ਲਿਆ ਹੈ। ਉਸ ਸੱਚ ਨੂੰ ਅਹਿਸਾਸ ਕਰਨ ਤੋਂ ਅਸੀਂ ਖੁੰਝ ਗਏ। ਪੰਡਿਤ ਗੁਣੀ ਸੂਰ ਹਮ ਦਾਤੇ ਏਕ ਹੈ ਵੱਡ ਹਮੇ। ਕੋਈ ਕਹਿੰਦਾ ਮੈਂ ਬਹੁਤ ਵੱਡਾ ਪੰਡਿਤ ਪੁਜਾਰੀ ਹਾਂ, ਮੇਰੀ ਰੱਬ ਤੱਕ ਬੜੀ ਰਸਾਈ ਹੈ। ਗੁਣੀ ਕੋਈ ਕਹਿੰਦਾ ਮੈਂ ਬਹੁਤ ਗੁਣਵਾਨ, ਮੇਰੇ ਕੋਲ ਆਹ ਕਲਾ ਹੈ। ਕੋਈ ਕਹਿੰਦਾ ਮੇਰੇ ਕੋਲ ਆਹ ਕਲਾ ਹੈ। ਧਰਮ ਗ੍ਰੰਥ ਪੜ੍ਹਨ ਵਾਲਾ ਕਹਿੰਦਾ ਮੇਰੇ ਤੋਂ ਬਿਹਤਰ ਕੋਈ ਨਹੀਂ ਪੜ੍ਹ ਸਕਦਾ। ਕਥਾ ਕਰਨ ਵਾਲਾ ਕਹਿੰਦਾ ਮੇਰੇ ਤੋਂ ਬਿਹਤਰ ਨਹੀਂ ਕਰ ਸਕਦਾ। ਕੀਰਤਨ ਵਾਲਾ ਕਹਿੰਦਾ ਸੰਗੀਤ ਹੀ ਮੇਰੇ ਕੋਲ ਹੈ। ਸੇਵਾ ਕਰਨ ਵਾਲਾ ਕਹਿੰਦਾ ਮੈਂ ਹੀ ਸੇਵਾ ਕਰਦਾ, ਦੂਜਾ ਕੋਈ ਕਰਦਾ ਨਹੀਂ। ਦਾਨ ਦੇਣ ਵਾਲਾ ਕਹਿੰਦਾ ਮੇਰੇ ਤੋਂ ਵੱਡਾ ਦਾਨੀ ਕੋਈ ਨਹੀਂ। ਤਲਵਾਰਬਾਜ਼ ਕਹਿੰਦਾ ਮੇਰੇ ਤੋਂ ਵੱਡਾ ਯੋਧਾ ਕੋਈ ਨਹੀਂ। ਹਰ ਇੱਕ ਦੀ ਆਪਣੀ ਆਪਣੀ ਪੋਜੀਸ਼ਨ ਹੈ। ਪੰਡਿਤ ਗੁਣੀ ਸੂਰ ਹਮ ਦਾਤੇ ਇਹ ਕਹੇ ਵੱਡਾ, ਸਾਰੇ ਕਹਿੰਦੇ ਨੇ ਬਸ ਮੈਂ ਹੀ ਵੱਡਾ, ਯਾਨੀ ਕਿ ਦੂਜੇ ਨੂੰ ਉਹਦੀ ਬਣਦੀ ਜਗ੍ਹਾ ਦੇਣ ਨੂੰ ਤਿਆਰ ਕੋਈ ਨਹੀਂ। ਉਹਦੀ ਜਗ੍ਹਾ ਨਾਲ ਖੌਰ ਹੈ। ਆਪਣੀ ਜਗ੍ਹਾ ਤੇ ਬਣਾਉਣੀ ਹੈ, ਦੂਜੇ ਦੀ ਢਾਹ ਕੇ ਫੇਰ ਖੁਸ਼ੀ ਮਿਲਦੀ। ਆਪ ਨੂੰ ਭਾਵੇਂ ਜਿੰਨੀ ਮਰਜ਼ੀ ਜਗ੍ਹਾ ਮਿਲ ਜਾਏ, ਪਰ ਦੂਜੇ ਦੀ ਜਗ੍ਹਾ ਤੋਂ ਪ੍ਰੋਬਲਮ ਹੈ। ਇਹ ਕਹੇ ਵੱਡ ਹਮ ਹੀ। ਫਿਰ ਫਰਮਾਉਂਦੇ ਨੇ ਜਿਸੈ ਬੁਝਾਏ ਸੋਈ ਬੂਝੈ, ਬਿਨ ਬੂਝੇ ਕਿਉਂ ਰਹੀ ਹੈ। ਜਿਸ ਦੇ ਉੱਤੇ ਉਹ ਆਪ ਮਿਹਰ ਕਰਦਾ ਹੈ, ਜਿਸ ਨੂੰ ਸੋਝੀ, ਸਵੈ ਸੋਝੀ ਜਿਹਨੂੰ ਅਸੀਂ ਕਹਿੰਦੇ ਹਾਂ, ਅਨੁਭਵ ਬਖਸ਼ਦਾ ਹੈ, ਉਹੀ ਇਸ ਸੱਚ ਨੂੰ ਸਮਝਦਾ ਹੈ ਵੀ ਇਹ ਸਾਰੇ ਦਾ ਸਾਰਾ ਮਾਹੌਲ ਕਿਵੇਂ ਬੰਦਾ ਕ੍ਰੀਏਟ ਕਰਦਾ, ਇਹਦੇ ਚੋਂ ਕਿਵੇਂ ਨਿਕਲਿਆ ਜਾ ਸਕਦਾ, ਕੀ ਵਰਤਾਰਾ ਵਰਤ ਰਿਹਾ। ਬਿਨ ਬੂਝੇ ਕਿਉਂ ਰਹੀ ਹੈ, ਬਿਨਾਂ ਉਸ ਵਾਹਿਗੁਰੂ ਦੀ ਬਖਸ਼ੀ ਸੋਝੀ ਤੋਂ ਕਿਵੇਂ ਉਸ ਵਾਹਿਗੁਰੂ ਵਿੱਚ ਟਿਕਿਆ ਜਾ ਸਕਦਾ, ਕਿਵੇਂ ਰਿਹਾ ਜਾ ਸਕਦਾ। ਭਾਵ ਉਹਦੀ ਬਖਸ਼ੀ ਹੋਈ ਮੱਤ ਤੋਂ ਬਿਨਾਂ ਉਹਦੇ ਤੱਕ ਰਸਾਈ ਨਹੀਂ ਹੋ ਸਕਦੀ। ਸਤਿਗੁਰ ਮਿਲੈ ਅੰਧੇਰਾ ਚੁਕੈ। ਸਤਿਗੁਰੂ ਦਾ ਮਿਲਾਪ ਜਦੋਂ ਹੁੰਦਾ ਹੈ, ਵਿਵੇਕ ਗਿਆਨ ਦੀ ਲੋ ਅੰਦਰ ਜਦੋਂ ਪੈਦਾ ਹੁੰਦੀ ਹੈ, ਅੰਦਰ ਦਾ ਹਨੇਰਾ ਬਿਨਸ ਜਾਂਦਾ ਹੈ, ਅੰਤਰ ਗਿਆਨ ਪ੍ਰਗਾਸ ਹੋ ਜਾਂਦਾ ਹੈ, ਗੁਰ ਸਾਖੀ ਕਾ ਉਜਿਆਰਾ ਹੋ ਜਾਂਦਾ। ਇਨ ਬਿਦ ਮਾਣਕ ਲਈਐ, ਕਹਿੰਦੇ ਨੇ ਜਦੋਂ ਅੰਦਰ ਚਾਨਣ ਹੋ ਜਾਂਦਾ ਹੈ ਤੇ ਅੰਦਰੋਂ ਅਸੀਂ ਆਪਣੇ ਹਿਰਦੇ ਘਰ ਵਿੱਚੋਂ ਹੀ ਅਸਲ ਤੱਤ ਦੀ ਖੋਜ ਕਰ ਲੈਂਦੇ ਹਾਂ, ਜਿਸ ਨੂੰ ਮੈਂ ਬਾਹਰ ਭਾਲਦਾ, ਜਿਸ ਦੀ ਖੁਸ਼ੀ ਹਾਸਲ ਕਰਨੀ ਚਾਹੁੰਦਾ, ਤਾਂ ਮੇਰੇ ਆਪਣੇ ਵਜੂਦ ਵਿੱਚ ਹੈ, ਜਿਹਨੂੰ ਮੈਂ ਢੱਕ ਕੇ ਰੱਖਿਆ, ਖੁਦ ਨੂੰ ਨਹੀਂ ਪਛਾਣਿਆ, ਦੂਜਿਆਂ ਨੂੰ ਪਛਾਣਦਾ ਰਿਹਾ। ਨਾਮ ਰੂਪ ਮਾਣਕ, ਕੀਮਤੀ ਰਤਨ, ਕੀਮਤੀ ਲਾਲ ਮੈਨੂੰ ਆਪਣੇ ਅੰਦਰੋਂ ਹੀ ਬਾਹਰ ਢੂੰਡਣ ਤੇ ਛੂਟ ਪਰੇ ਗੁਰ ਘਰ ਹੀ ਮਾਹੇ ਦਿਖਾਇਆ। ਫਰਮਾਉਂਦੇ ਨੇ ਤਜ ਬਾਵੇਂ ਦਾਹਨੇ ਵਿਕਾਰਾ। ਇਹ ਭਾਈ, ਇਹ ਜਿਹੜਾ ਵਿਕਾਰਾਂ ਦਾ ਸੱਜਾ ਖੱਬਾ ਰਾਹ, ਭਾਵ ਇੱਕ ਤਾਂ ਹੈ ਸਿੱਧਾ ਮਾਰਗ ਹੈ ਪਰਮੇਸ਼ਰ ਵਾਹਿਗੁਰੂ ਨੂੰ ਜਾਣਨਾ, ਇੱਕ ਹੈ ਸੱਜੇ ਖੱਬੇ ਦਾ ਮਾਰਗ, ਇੱਧਰ ਉੱਧਰ ਉਲਝਣਾ, ਵਿਕਾਰਾਂ ਦਾ ਰਸਤਾ, ਵਿਸ਼ੇ ਵਿਕਾਰ, ਵਾਸ਼ਨਾਵਾਂ, ਬੁਰਿਆਈ, ਮੁਬਤਲਾ, ਇਹਦੇ ਵਿੱਚ ਗ੍ਰਸਤ ਹੋਣਾ। ਇਹ ਸੱਜੇ ਖੱਬੇ ਦਾ ਰਾਹ ਛੱਡ ਤੇ ਸਿੱਧਾ ਰਾਹ ਫੜ। ਹਰ ਪਦ ਦ੍ਰਿੜ ਕਰ ਰਹੀ ਹੈ। ਸਿੱਧਾ ਮਾਰਗ ਕੀ ਹੈ? ਹਰੀ ਵਾਹਿਗੁਰੂ ਨੂੰ, ਪਦ ਦਾ ਮਤਲਬ ਅਵਸਥਾ, ਪਰਮੇਸ਼ਰ ਦੇ ਨਾਮ ਨੂੰ ਹਿਰਦੇ 'ਚ ਦ੍ਰਿੜ ਕਰੀ, ਉਹਦੇ ਹੁਕਮ, ਉਹਦੀ ਹੋਂਦ ਦਾ ਅਹਿਸਾਸ ਆਪਣੇ ਅੰਦਰ ਪੱਕਾ ਕਰੀਏ। ਇਹ ਉੱਚੀ ਆਤਮਿਕ ਅਵਸਥਾ ਮਾਣੀਏ। ਕਹੋ ਕਬੀਰ ਗੂੰਗੇ ਗੁੜ ਖਾਇਆ, ਪੁੱਛੇ ਤੇ ਕਿਆ ਕਹੀਏ। ਹੇ ਕਬੀਰ ਆਖ, ਇਹ ਤਾਂ ਵਾਹਿਗੁਰੂ ਪਰਮੇਸ਼ਰ ਦੀ ਨੇੜਤਾ ਇੱਕ ਇਵੇਂ ਦਾ ਆਨੰਦ ਹੈ ਜਿਹਨੂੰ ਮਾਣਿਆ ਜਾ ਸਕਦਾ ਹੈ, ਮੁਕੰਮਲ ਦੱਸਿਆ ਨਹੀਂ ਜਾ ਸਕਦਾ। ਜਿਹਨੂੰ ਮਾਣਿਆ ਜਾ ਸਕਦਾ ਪਰ ਮੁਕੰਮਲ ਰੂਪ ਵਿੱਚ ਉਹਨੂੰ ਐਕਸਪਲੇਨ ਨਹੀਂ ਕੀਤਾ ਜਾ ਸਕਦਾ। ਜਿਵੇਂ ਕੋਈ ਗੂੰਗਾ ਜਿਸ ਦੇ ਕੋਲ ਜ਼ਬਾਨ ਤੇ ਬੋਲ ਨਹੀਂ ਸਕਦਾ, ਜਿਹਦੇ ਕੋਲ ਬੋਲਣ ਦੀ ਤਾਕਤ ਨਹੀਂ, ਉਹਨੂੰ ਗੁੜ ਖਵਾ ਕੇ ਕੋਈ ਪੁੱਛੇ ਵੀ ਇਹਦਾ ਸਵਾਦ ਕੀ ਹੈ, ਉਹਨੂੰ ਸਵਾਦ ਤੇ ਆਉਂਦਾ ਹੈ ਪਰ ਉਹ ਦੱਸ ਨਹੀਂ ਸਕਦਾ, ਕਿਉਂਕਿ ਉਹਦੇ ਕੋਲ ਬੋਲਣ ਦੀ ਸ਼ਕਤੀ ਨਹੀਂ। ਠੀਕ ਇਸੇ ਤਰ੍ਹਾਂ ਕਹਿੰਦੇ ਨੇ ਉਸ ਆਨੰਦਮਈ ਅਵਸਥਾ ਦਾ ਆਨੰਦ ਤੇ ਮਾਣਿਆ ਜਾ ਸਕਦਾ ਹੈ, ਪਰ ਉਸ ਨੂੰ ਐਕਸਪਲੇਨ ਕਰਨ ਵਾਸਤੇ, ਉਸ ਨੂੰ ਬਿਆਨ ਕਰਨ ਵਾਸਤੇ ਤੁਹਾਡੇ ਕੋਲ ਕਥਨ ਦੀ ਤਾਕਤ, ਤੁਹਾਡੇ ਕੋਲ ਸ਼ਬਦਾਂ ਦੀ ਤਾਕਤ ਨਹੀਂ ਹੁੰਦੀ। ਭਾਵ ਉਹ ਸਾਰਾ ਕੁਝ ਕਥਨ ਤੋਂ ਰਹਿਤ ਹੁੰਦਾ ਹੈ। ਗਰੀਬ ਨਵਾਜ਼ ਕਿਰਪਾ ਕਰਨ, ਸ਼ਬਦ ਦਾ ਭਾਵ ਸਾਡੇ ਸਭਨਾਂ ਦੇ ਮਨ ਹਿਰਦਿਆਂ ਵਿੱਚ ਵਸੇ। ਮਹਾਰਾਜ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣ।
ਅਦਬ ਸੈਰ ਗੁਰੂ ਫਤਿਹ ਨਾਲ ਸਾਂਝ ਬਣਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।